लेके आओ 5 मिनट वाली गारंटी वाली तुसी कर दो हार मैं पाऊंगा नंगे पैरी मैं पाऊंगा है ना। ये ਜਿਹੜੇ ਇੰਨੀ ਝੋਟੇ ਸਿਰ ਵਰਗੀ ਜ਼ਮੀਨ ਆ ਚਾਰ ਫਸਲਾਂ ਹੁੰਦੀਆਂ ਨੇ ਲੈ ਕੇ ਆਓ ਖੇਤੀ ਨੀਤੀ। ਇਹ ਜਿਹੜੇ ਸਾਨੂੰ ਕਹਿੰਦਾ ਤੁਹਾਡਾ ਪ੍ਰੋਫਿਟ ਵੱਧ ਵਿਕਾਸ ਕਰਨਾ ਇਹਨੇ ਕਰਨਾ ਤਾਂ ਆਪ ਦਾ ਕਰਨਾ ਤਾਂ ਸਤਿੰਦਰ ਜੈਨ ਦਾ ਕਰਨਾ ਤਾਂ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਕੇਜਰੀਵਾਲ ਦਾ ਸਾਡਾ ਕੋਈ ਵਿਕਾਸ ਨਹੀਂ ਕਰਦਾ ਕਿਉਂਕਿ ਇਹ ਪਾਲਿਸੀ ਮਾਨ ਸਾਹਿਬ ਉਹਨਾਂ ਦੀ ਨਹੀਂ ਇਹ ਦਿੱਲੀ ਵਾਲੇ ਬਾਬੂਆਂ ਨੇ ਧੱਕੇ ਨਾਲ ਥੋਪੀ ਹੋਈ ਹੈ। ਇਸ ਕਰਕੇ ਉਹ ਇਸ ਚੀਜ਼ ਤੋਂ ਭੱਜਦੇ ਨੇ ਠੀਕ ਹੈ। ਕੁਰਸੀ ਰੱਖੀ ਗਈ ਹੈ ਵੀ ਆ ਜਾਓ ਤੁਸੀਂ ਕਿੰਨਾ ਪ੍ਰਚਾਰ ਕਰ ਰਹੇ ਹੋ ਤੁਸੀਂ ਯੂਟਿਊਬਰਾਂ ਨੂੰ ਪੈਸੇ ਦੇ ਰਹੇ ਹੋ ਹਨਾ ਤੇ ਉਹ ਇਹਨੂੰ ਵੀ ਕਹਿ ਦੇਣਗੇ ਵੀ ਫਲਾਨੀ ਪਾਰਟੀ ਨੇ ਸਪਾਂਸਰ ਕਰਾਇਆ ਸੀ। ਵੀਰੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨਾਚ ਲੋਕ ਬਹੁਤ ਸਿਆਣੇ ਮੈਂ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੋਊਗਾ ਜਿਵੇਂ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਨੇ ਵੀ ਤੁਸੀਂ ਪਿੰਡ ਦੇ ਰਹੋ ਪਰ ਜਦੋਂ ਵੋਟਾਂ ਆ ਗਈਆਂ ਉਹ 3 ਮਹੀਨੇ ਤੁਸੀਂ ਉਸ ਵਿਚਾਰਧਾਰਾ ਨੂੰ ਹੋ ਜਾਓ ਉਵੇਂ ਅੱਜ ਅਸੀਂ ਉਸੇ ਪੋਜੀਸ਼ਨ ਤੇ ਮਾਨ ਸਾਹਿਬ ਵੋਟਾਂ ਭਗਵੰਤ ਮਾਨ ਨੂੰ ਪਈਆਂ ਨੇ ਕੇਜਰੀਵਾਲ ਨੂੰ ਨਹੀਂ ਪਈਆਂ ਕੰਧਾਂ ਤੇ ਨਾਅਰੇ ਲਿਖਾਉਣ ਨਾਲ ਮਸ਼ਹੂਰੀ ਨਹੀਂ ਹੋ ਸਕਦੀ। ਲੋਕਾਂ ਨੂੰ ਇੱਕ ਯਕੀਨ ਵਿਸ਼ਵਾਸ ਆਇਆ ਸੀ ਪਰ ਮਾਨ ਸਾਹਿਬ ਨੇ ਵਿਸ਼ਵਾਸ ਤੋੜਤਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਭਾਗਪੁਰ ਪਿੰਡ ਤੋਂ ਸਰਪੰਚ ਮੌਜੂਦ ਨੇ। ਇਸ ਸਮੇਂ ਅਸੀਂ ਲੁਧਿਆਣੇ ਦੇ ਇੱਕ ਆਲੀਸ਼ਾਨ ਪੈਲਸ ਦੇ ਵਿੱਚ ਮੌਜੂਦ ਹਾਂ ਕਿਉਂਕਿ ਇੱਥੇ ਅੱਜ ਖਾਸ ਤੌਰ ਤੇ 3 ਕੁਰਸੀਆਂ ਲਗਾ ਕੇ ਆਮ ਆਦਮੀ ਪਾਰਟੀ ਦੇ ਮੋਹਤਬਾਰ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਆਉਣ ਆ ਕੇ ਲੈਂਡ ਪੂਲਿੰਗ ਬਾਰੇ ਉਹ ਚੀਜ਼ਾਂ ਦੱਸਣ ਜਿਹਦਿਆਂ ਤੋਂ ਕਿਸਾਨ ਹਲੇ ਅਵੇਸਲੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ। ਸਰਪੰਚ ਸਾਹਿਬ ਦੇ ਕੋਲ ਹੀ ਚੱਲਦੇ ਹਾਂ। ਸਰਪੰਚ ਸਾਹਿਬ, ਕੁਰਸੀਆਂ ਖਾਲੀ ਪਈਆਂ ਰਹਿ ਗਈਆਂ ਜੀ, ਕੀ ਗੱਲ ਲੱਗਦੀ ਹੈ ਇਹਦੇ ਵਿੱਚ ਤੁਹਾਡੇ ਪ੍ਰੋਗਰਾਮ 'ਚ ਕਮੀ ਕਿੱਥੇ ਰਹਿ ਗਈ? ਨਹੀਂ ਜੀ ਕਮੀ ਤਾਂ ਕਿਤੇ ਨਹੀਂ ਹੈਗੀ। ਬਲਵਿੰਦਰ ਭਾਜੀ ਲੋਕ ਅਧਿਕਾਰ ਲਹਿਰਾਂ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਸਾਡੇ ਵਰਗੇ ਜਿਹੜੇ ਹੈਗੇ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਜਾਂ ਹੋਰ ਸਰਪੰਚ ਜਿਹੜੇ ਇਸ ਤੋਂ ਪੀੜਤ ਨੇ ਉਹਨਾਂ ਨੂੰ ਸੱਦਾ ਦਿੱਤਾ। ਸੋ ਆਪਦਾ ਫਰਜ਼ ਪੂਰਾ ਕਰਦੇ ਅਸੀਂ ਇੱਥੇ ਅੱਜ ਆਏ ਹਾਂ ਤੇ ਯੋਧਾ ਵੀ ਗਏ ਸੀਗੇ ਇੱਥੇ ਵੀ ਆ ਜਿਹੜੇ ਗਾਹਾਂ ਕੋਈ ਕਿਸਾਨ ਯੂਨੀਅਨ ਜਾਂ ਕੋਈ ਵੀ ਪਿੰਡ ਕੋਈ ਵੀ ਪਾਰਟੀ ਜਿਹੜਾ ਇਸ ਦੇ ਵਿੱਚ ਹੱਦ ਨਾਰਾ ਮਾਰੂਗਾ ਸਾਡਾ ਪੂਰਾ ਸਹਿਯੋਗ ਆ। ਅੱਜ ਕਮੀ ਕਿਤੇ ਨੇ, ਕਮੀ ਸਰਕਾਰ ਦੀ ਨੀਅਤ ਵਿੱਚ ਆ, ਕਮੀ ਸਰਕਾਰ ਦਾ ਲੋਕਾਂ ਦੇ ਵਿੱਚ ਜਿਹੜਾ ਇੱਕ ਗੈਪ ਟੁੱਟ ਗਿਆ ਕਮੀ ਉਹਦੇ ਵਿੱਚ ਆ। ਸਰਕਾਰ ਨੂੰ ਉਹ ਗੈਪ ਜੇ ਭਰ ਲੂਗੀ ਤਾਂ ਚੰਗੇ ਰਹਿਣਗੇ, ਨਹੀਂ ਭਰਨਗੇ ਤਾਂ ਉਹਦਾ ਖਮਿਆਜਾ ਭੁਗਤਣਾ ਪਊਗਾ। ਬਹੁਤ ਸੋਹਣਾ ਪ੍ਰੋਗਰਾਮ ਆ। ਦੇਖੋ ਜਿਵੇਂ ਮਾਨ ਸਾਹਿਬ ਨੇ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ, ਮਾਨ ਸਾਹਿਬ ਨੇ ਬਹੁਤ ਅੱਛਾ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ ਤੇ ਪੰਜਾਬ ਦੇ ਮੁੱਦੇ 'ਚ ਟੱਚ ਕੀਤੇ ਹੋਏ ਨੇ। ਅੱਜ ਉਹੀ ਚੀਜ਼ ਇੱਥੇ ਕਰਨ ਲੱਗੇ ਸੀਗੇ ਤੇ ਇਹਦਾ ਅੱਜ ਦਾ ਏਜੰਡਾ ਕੇਵਲ ਤੇ ਕੇਵਲ ਲੈਂਡ ਪੂਲਿੰਗ ਸੀਗੀ ਕਿਉਂਕਿ ਬਰਬਾਦੀ ਆ, ਅਸੀਂ ਬਰਬਾਦ ਨਹੀਂ ਹੋਣਾ ਚਾਹੁੰਦੇ। ਉਸ ਵਿੱਚ ਸਾਰਿਆਂ ਨੇ ਇੱਕ ਸੁਰ ਹੋ ਕੇ ਹੋਕਾ ਦਿੱਤਾ ਪਰ ਅਫਸੋਸ ਸਰਕਾਰ ਦਾ ਕੋਈ ਵੀ ਨੁਮਾਇੰਦਾ, ਮੈਂ ਕਹਿੰਦਾ ਚਲੋ ਹੋਰ ਨਹੀਂ 3 ਕੁਰਸੀਆਂ ਦਾ ਨਾਮ ਬਾਈ ਨੇਮ ਸੀ ਕੁਛ ਹੋਰ ਵੀ ਕਿਸੇ ਨੂੰ ਭੇਜ ਦਿੰਦੇ, ਹੋਰ ਨਹੀਂ ਭੇਜਣਾ ਤੁਸੀਂ ਉਹ ਲਾ ਦਿੰਦੇ ਜਿਹੜਾ ਪ੍ਰੋਜੈਕਟਰ ਲਾ ਦਿੰਦੇ ਆਨਲਾਈਨ ਕਰ ਲੈਂਦੇ ਪਰ ਲੋਕਾਂ ਨਾਲ ਕੁਛ ਉਹਦੇ ਬੁੱਧੀਜੀਵ ਹਮੀਰ ਸਿੰਘ ਜੀ ਵਰਗੇ ਕਿੱਡੇ ਸਿਆਣੇ ਚਿੰਤਕ ਬੰਦੇ ਆ ਤੁਸੀਂ ਉਹਨਾਂ ਨਾਲ ਇੰਟਰੈਕਟ ਤਾਂ ਕਰਦੇ, ਉਹਨਾਂ ਨੂੰ ਕੁਛ ਆਪਦਾ ਪੱਖ ਤਾਂ ਰੱਖਦੇ। ਕਿਉਂ? ਕਿਉਂਕਿ ਇਹ ਪਾਲਿਸੀ ਮਾਨ ਸਾਹਿਬ ਉਹਨਾਂ ਦੀ ਨਹੀਂ ਇਹ ਦਿੱਲੀ ਵਾਲੇ ਬਾਬੂਆਂ ਨੇ ਧੱਕੇ ਨਾਲ ਥੋਪੀ ਹੋਈ ਹੈ। ਇਸ ਕਰਕੇ ਉਹ ਇਸ ਚੀਜ਼ ਤੋਂ ਭੱਜ ਰਹੇ ਨੇ। ਅੱਛਾ, ਤੁਸੀਂ ਜਿੱਦਾਂ ਜ਼ਿਕਰ ਕੀਤਾ ਕਿ ਬਹੁਤ ਸੋਹਣਾ ਪ੍ਰੋਗਰਾਮ ਹੈ, ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਕਮਿਊਨੀਕੇਸ਼ਨ ਗੈਪ ਦੀ। ਕਮਿਊਨੀਕੇਸ਼ਨ ਗੈਪ ਉਹ ਖਲਾ ਹੀ ਤਾਂ ਭਰਨਾ ਇਸ ਦੇ ਨਾਲ ਜਦੋਂ ਇਹੋ ਜਿਹੇ ਪ੍ਰੋਗਰਾਮ ਤੁਸੀਂ ਉਲੀਕੇ ਨੇ ਉਹ ਨਹੀਂ ਆਏ ਤੇ ਤੁਸੀਂ ਆਸ ਕਰਦੇ ਹੋ ਕਿ ਅੱਗੇ ਜਿਹੜੇ ਤੌਖਲੇ ਨੇ ਕਿਸਾਨਾਂ ਦੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਸਰਕਾਰ ਦੂਰ ਕਰੂਗੀ ਜਾਂ ਫਿਰ ਇਸੇ ਤਰੀਕੇ ਦੇ ਨਾਲ ਜਿੱਦਾਂ ਹੁਣ ਚੱਲ ਰਿਹਾ ਹੈ ਕਿ ਅਸੀਂ ਤਾਂ ਜੀ ਜ਼ਮੀਨ ਲੈ ਕੇ ਲੋਕਾਂ ਦਾ ਵਿਕਾਸ ਕਰਨਾ ਹੀ ਕਰਨਾ ਹੈ, ਉਸੇ ਗੱਲ ਤੇ ਅੜੀ ਰਹੂ ਸਰਕਾਰ? ਗੱਲ ਵੀਰੇ ਨੀਅਤ ਦੀ ਹੈ, ਗੱਲ ਤੁਹਾਡੇ ਸਮਝ ਦੀ ਹੈ। ਹੁਣ ਆਪਾਂ ਦੋਨੋਂ ਦੋਸਤ ਆ, ਦੋਨਾਂ ਕੋਲ ਮੋਬਾਈਲ ਨੰਬਰ ਸੇਵ ਆ। ਜੇ ਤੁਸੀਂ ਮੈਨੂੰ ਫੋਨ ਨਹੀਂ ਕਰੋ ਮੈਂ ਉਹੀ ਕਮਿਊਨੀਕੇਸ਼ਨ ਗੈਪ ਹੁੰਦਾ, ਤੁਸੀਂ ਦੂਰ ਪੈ ਜਾਂਦੇ। ਉਹੀ ਜਿਹੜਾ ਇਹ ਗੈਪ ਸੀਗਾ ਕੁਰਸੀ ਰੱਖੀ ਗਈ ਹੈ ਵੀ ਆ ਜਾਓ ਤੁਸੀਂ ਕਿੰਨਾ ਪ੍ਰਚਾਰ ਕਰ ਰਹੇ ਹੋ ਤੁਸੀਂ ਯੂਟਿਊਬਰਾਂ ਨੂੰ ਪੈਸੇ ਦੇ ਰਹੇ ਹੋ ਹੈ ਨਾ। ਤੁਹਾਡੇ ਵਰਗੇ ਜਿਹੜੇ ਵਧੀਆ ਪੱਤਰਕਾਰ ਨੇ ਉਹ ਵੀ ਲੈ ਸਕਦੇ ਸੀਗੇ ਤੁਸੀਂ ਪਰ ਸਾਡੀ ਆਵਾਜ਼ ਚੱਕਣਾ ਹੈ ਉਰੇ ਬਹੁਤ ਘੱਟ। ਮੈਂ ਬਹੁਤ ਜਰਨਲਿਸਟ ਦਾ ਸਤਿਕਾਰ ਕਰਦਾ ਪਰ ਜਦੋਂ ਟੀਵੀ 'ਚ ਅਸੀਂ ਕਿਸੇ ਚੈਨਲ ਨੂੰ ਬਹੁਤ ਦੇਖਦੇ ਹੁੰਦੇ ਸੀਗੇ ਉਹ ਲੈਂਡ ਪੂਲਿੰਗ ਪਤਾ ਲੱਗ ਜਾਂਦਾ ਵੀ ਇਹ ਕਿਹੜੀ ਬੋਲੀ ਬੋਲ ਰਿਹਾ ਤਾਂ ਕਿਹੜਾ ਏਜੰਡਾ। ਵੀ ਜਦੋਂ ਇਹ ਏਜੰਡੇ ਲੈ ਕੇ ਇਹ ਆਏ ਤਾਂ ਸਾਡਾ ਦਿਲ ਬਹੁਤ ਦੁਖੀ ਹੋਇਆ। ਤਾਂ ਮਤਲਬ ਜਿਹੜਾ ਇਹ ਗੈਪ ਆ ਅਸੀਂ ਤਾਂ ਭਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਾਨੂੰ ਸੱਦਿਆ ਗਿਆ ਵੀ ਆਪਾਂ ਇਸ ਚੀਜ਼ ਤੇ ਗੱਲ ਕਰਨੀ। ਅਸੀਂ ਆਏ, ਜੇ ਅਸੀਂ ਵੀ ਨਹੀਂ ਆਉਂਦੇ ਫਿਰ ਅਸੀਂ ਉਹ ਗੈਪ ਨਹੀਂ ਭਰ ਹੋਣਾ ਸੀਗਾ। ਅਸੀਂ ਆਪ ਦਾ ਫਰਜ਼ ਕੀਤਾ, ਹੁਣ ਗਾਹਾਂ ਫਰਜ਼ ਸਰਕਾਰ ਦਾ ਸੀ, ਸਰਕਾਰ ਨੂੰ ਆਉਣਾ ਚਾਹੀਦਾ ਸੀਗਾ ਪਰ ਉਹੀ ਹੈ ਵੀਰੇ ਫਿਰ ਨੀਅਤ ਸਰਕਾਰ ਉਹ ਗੈਪ ਤਾਂ ਭਰੂਗਾ ਨਾ ਜੇ ਸਰਕਾਰ ਕੋਈ ਗੁੰਜਾਇਸ਼ ਹੋਵੇ ਗੈਪ ਭਰਨ ਦੀ। ਉਹ ਗੈਪ ਨੀਗਾ, ਉਹ ਬਹੁਤ ਵੱਡਾ ਇੱਕ ਫਰਾਡ ਹੈ ਜਿਹੜਾ ਕਿ ਲੋਕਾਂ ਨੂੰ ਲੁੱਟ ਕੇ ਆਪਦੇ ਕੁਛ ਚੁਣਿੰਦੇ ਬੰਦਿਆਂ ਨੂੰ ਉਮਰ ਭਰ ਦੀਆਂ ਰੋਟੀਆਂ ਬਣਾਉਣੀਆਂ। ਤੁਸੀਂ ਜਿੱਦਾਂ ਏਜੰਡੇ ਦੀ ਗੱਲ ਕੀਤੀ ਹੈ, ਏਜੰਡਾ ਤਾਂ ਸਰਕਾਰ ਵੀ ਇਹ ਬਣਾ ਰਹੀ ਹੈ ਕਿ ਜਿੰਨੇ ਲੋਕ ਵਿਰੋਧ ਦੇ ਵਿੱਚ ਨੇ ਇਸ ਪਾਲਿਸੀ ਦੇ ਉਹ ਸਾਰੇ ਦੇ ਸਾਰੇ ਹੋਰ ਪਾਰਟੀਆਂ ਦੇ ਚੱਕੇ ਹੋਏ ਨੇ। ਹੋਰ ਪਾਰਟੀਆਂ ਉਹਨਾਂ ਨੂੰ ਸਪੋਰਟ ਕਰ ਰਹੀਆਂ ਨੇ, ਉਤਸ਼ਾਹਿਤ ਕਰ ਰਹੀਆਂ ਨੇ ਵੀ ਤੁਸੀਂ ਵਿਰੋਧ ਕਰੋ ਸਰਕਾਰ ਦਾ, ਸਰਕਾਰ ਦੀ ਪਾਲਿਸੀ ਦਾ। ਉਹਦਾ ਕੀ ਤੋੜ ਹੈ ਤੁਹਾਡੇ ਕੋਲ? ਉਹਦਾ ਕੀ ਜਵਾਬ ਹੈ? ਇੱਦਾਂ ਦੇ ਫੰਕਸ਼ਨ ਕੀਤੇ ਉਹ ਇਹਨੂੰ ਵੀ ਕਹਿ ਦੇਣਗੇ ਵੀ ਫਲਾਨੀ ਪਾਰਟੀ ਨੇ ਸਪਾਂਸਰ ਕਰਾਇਆ ਸੀ। ਵੀਰੇ ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨਾਚ। ਜੇ ਜਿਹੜਾ ਕੋਈ ਵਿਰੋਧ ਕਹਿੰਦੇ ਵਿਰੋਧੀ ਪਾਰਟੀਆਂ ਠੀਕ ਹੈ, ਜੇ ਕੋਈ ਚੀਜ਼ ਆਉਂਦੀ ਹੈ ਵਿਰੋਧੀ ਪਾਰਟੀਆਂ
ਇੱਕ ਜਿਹੜਾ ਬਹੁਤ ਤਕੜਾ ਆਪੋਜੀਸ਼ਨ ਹੋਣਾ ਬਹੁਤ ਜ਼ਰੂਰੀ ਹੈ। ਉਹ ਚਾਹੇ ਪਿੰਡ ਲੈਵਲ ਤੇ ਆ, ਉਹ ਚਾਹੇ, ਪਰ ਉਹ ਹੈਲਦੀ, ਚੰਗਾ, ਪੋਜ਼ਿਟਿਵ ਹੋਣਾ ਚਾਹੀਦਾ, ਸਾਰਥਕ ਗੱਲ ਹੋਵੇ, ਕੰਸਟਰਕਟਿਵ, ਸਾਰਥਿਕ ਹੋਣੀ ਚਾਹੀਦੀ ਆ। ਇਹ ਨਹੀਂਗਾ ਵੀ ਜੇ ਤੂੰ ਸਰਪੰਚ ਬਣ ਗਿਆ ਮੈਂ ਇਹਦੇ ਵਿਰੋਧ ਸੀ, ਮੈਂ ਤਾਂ ਬੁਰਾ ਹਾਲ ਕਰਨਾ। ਜਿੱਥੇ ਸਰਪੰਚ ਗਲਤ ਆ ਉੱਥੇ ਗਲਤ ਕਹੋ, ਜਿੱਥੇ ਮੁੱਖ ਮੰਤਰੀ ਸਰਕਾਰ ਗਲਤ ਉਹਨੂੰ ਗਲਤ, ਸਹੀ ਨੂੰ ਸਹੀ ਕਹਿਣਾ ਚਾਹੀਦਾ ਵਾ। ਵੀ ਉਹਦੇ ਵਿੱਚ ਇਹੀ ਆ ਵੀ ਸਰਕਾਰ ਨੇ ਜਿਹੜਾ ਇਹ ਵਿਰੋਧ ਜਿਹੜਾ ਸਰਕਾਰ ਦਾ ਹੋ ਰਿਹਾ ਉਹ ਇਸੇ ਕਾਰਨ ਹੋ ਰਿਹਾ ਵਾ ਕਿਉਂਕਿ ਸਰਕਾਰ ਨੇ ਇਹ ਕੋਈ ਪਲਾਨ ਨਹੀਂ ਕੀਤਾ। ਸਰਕਾਰ ਨੇ ਇਹਦਾ ਕੋਈ ਸੋਸ਼ਲ ਇੰਪੈਕਟ, ਜਿਹੜੀ ਹਾਈ ਕੋਰਟ ਨੇ ਵੀ 3 ਗੱਲਾਂ ਤੇ ਦਿੱਤਾ ਵੀ ਸੋਸ਼ਲ ਅਸੈਸਮੈਂਟ ਕੋਈ ਨਹੀਂ, ਸੋਸ਼ਲ এনवायरमेंटਲ ਹੋ ਗਿਆ, ਰੀਹੈਬਿਲਿਟੇਸ਼ਨ, ਮੁੜ ਵਸੇਵਾ ਤੁਸੀਂ ਕਿੱਥੋਂ ਕਰੋਗੇ। ਇਹ ਉਹ ਚੀਜ਼ਾਂ ਨੇ ਤੇ ਇਹਦੇ ਲਈ ਜਿੱਥੇ ਫਿਰ ਇਹ ਵਿਰੋਧੀਆਂ ਨੂੰ ਕਹਿੰਦੇ ਵੀ ਪੁਰਾਣੀਆਂ ਸਰਕਾਰਾਂ 'ਚ ਵੀ ਆਈਆਂ ਕੀਤੀਆਂ, ਮੰਨ ਕੇ ਚਲੋ ਵੀ 2013 'ਚ ਅਕਾਲੀ ਦਲ ਲੈ ਕੇ ਆਇਆ ਕਹਿੰਦੇ ਹਨਾ, ਉਸ ਤੋਂ ਪਹਿਲਾਂ ਚਲੋ ਮੰਨ ਕੇ ਚਲੋ ਵੀ ਕਾਂਗਰਸ ਲੈ ਕੇ ਆਈ, ਕੈਰੋ ਸਾਹਿਬ ਲੈ ਕੇ ਆਏ, ਉਹਨਾਂ ਚੰਡੀਗੜ੍ਹ ਵਸਾਇਆ। ਕਿੱਥੇ ਵਸਾਇਆ? ਜਿੱਥੇ ਚੋ ਸੀਗੇ, ਨੋ ਡਾਊਟ ਪਿੰਡੂ ਜਿਹੜੇ ਸਾਨੂੰ ਦੁੱਖ ਹੈ, ਸਾਨੂੰ ਪਥਰੀਲੀ ਜ਼ਮੀਨ ਸੀ, ਉੱਥੇ ਖੇਤੀ ਨਹੀਂ ਹੋ ਸਕਦੀ। ਐਗਜ਼ੈਕਟਲੀ, ਉਹ ਲੈਸ ਇਰੀਗੇਟਡ ਲੈਂਡ ਸੀਗੀ, ਉਹ ਮਲਟੀ ਕ੍ਰੌਪਡ ਲੈਂਡ ਨਹੀਂ ਸੀਗੀ, ਉੱਥੇ ਉਹ ਵਸਾਇਆ ਗਿਆ। ਤੇ ਉੱਥੇ ਠੀਕ ਹੈ ਵੀ ਉਹ ਪਿੰਡੂ ਜੁੜੂਗਾ ਤਾਂ ਅਸੀਂ ਪਿੰਡੂ ਨੂੰ ਸਾਨੂੰ ਦਰਦ ਹੋਊਗਾ ਨਾ। ਉਸ ਤੋਂ ਬਾਅਦ ਗਵਰਨਮੈਂਟ ਨੇ ਫਿਰ ਉਹਦੇ ਨਾਲ ਉਸ ਚੀਜ਼ ਨੂੰ ਐਕਸਟੈਂਡ ਕੀਤਾ, ਪਰ ਉਹ ਐਕਸਟੈਂਡ ਕੀਤਾ ਵੀ ਗਵਰਨਮੈਂਟ ਨੇ ਲਿਆਂਦੀ ਪਾਲਿਸੀ। ਗਵਰਨਮੈਂਟ ਨੇ ਇਹੀ ਗੱਲ ਕਹੀ ਅਕਾਲੀ ਦਲ ਨੇ ਵੀ ਭਾਈ ਜਿਹਨੇ ਲੈਂਡ ਪੂਲ 'ਚ ਲੈਣਾ ਲੈਂਡ ਪੂਲ 'ਚ, ਜਿਹਨੇ ਪੈਸੇ ਲੈਣੇ ਪੈਸੇ ਲੈ ਲਓ। 4 ਕਿੱਲੇ ਜਿਵੇਂ ਹਮੀਰ ਸਿੰਘ ਨੇ ਦੱਸਿਆ ਵੀ ਕਿਸੇ ਨੇ 2 ਕਿੱਲੇ ਲੈਂਡ ਪੂਲ 'ਚ ਵੀ ਪਾਤੇ ਤੇ ਨਾਲ ਪੈਸੇ ਵੀ ਲੈ ਲਏ, ਉਹਨੂੰ ਕੋਈ ਮੁਆਵਜ਼ਾ ਮਿਲ ਗਿਆ। ਉਹਨਾਂ ਨੇ ਫਿਰ ਗਾਹਾਂ ਖੰਨੇ ਵਾਲੇ ਪਾਸੇ ਜ਼ਮੀਨਾਂ ਬਹੁਤ ਲੈ ਲਈਆਂ, ਜਿੱਥੇ ਸਸਤੀ ਮਿਲਦੀ ਸੀ ਉੱਥੇ ਸਸਤੀ ਮਿਲ ਗਿਆ ਨਾ, ਵੀ ਵਾਧਾ ਕਰ ਲਿਆ। ਗੱਲ ਆ ਵੀ ਉਹ ਇੱਕ ਪਾਰਟਿਕੂਲਰ ਏਰੀਆ ਸੀਗਾ, ਪਰ ਉਹ ਐਡੀ ਲੁੱਟ ਨਹੀਂ ਸੀਗੀ ਵੀ 65,000 ਕਿੱਲਾ, ਲੱਖ ਕਿੱਲੇ ਤੱਕ ਪਹੁੰਚ ਜਾਊਗੀ। ਤੇ ਸਰਕਾਰ ਕਹਿ ਰਹੀ ਆ ਵੀ ਵਿਰੋਧੀ ਆ, ਹਰ ਚੀਜ਼ ਬੰਦਾ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੁੰਦਾ, ਪਰ ਠੀਕ ਹੈ, ਲੋਕ ਬਹੁਤ ਸਿਆਣੇ ਨੇ। ਮੈਂ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੋਊਗਾ, ਜਿਵੇਂ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਨੇ ਵੀ ਤੁਸੀਂ ਪਿੰਡ ਦੇ ਰਹੋ, ਪਰ ਜਦੋਂ ਵੋਟਾਂ ਆ ਗਈਆਂ ਉਹ 3 ਮਹੀਨੇ ਤੁਸੀਂ ਉਸ ਵਿਚਾਰਧਾਰਾ ਨਾਲ ਹੋ ਜਾਓ। ਉਵੇਂ ਅੱਜ ਅਸੀਂ ਉਸੇ ਪੋਜੀਸ਼ਨ ਤੇ ਮਾਨ ਸਾਹਿਬ, ਅਸੀਂ ਅੱਜ ਆਪਣੇ ਪਿੰਡ ਦੇ ਆ, ਆਪਦੀ ਗ੍ਰਾਮ ਸਭਾ ਦੇ ਆ, ਆਪਦੇ ਹੱਕ ਦੇ ਆ। ਸਾਰੀਆਂ ਪਾਰਟੀਆਂ, ਕਾਂਗਰਸ, ਅਕਾਲੀ ਦਲ, ਬੀਜੇਪੀ, ਜਿਹੜੀ ਵੀ ਇਸ ਦਾ ਨਾਰਾ ਮਾਰੂਗਾ, ਜਿਹੜੀ ਪ੍ਰੈਸ਼ਰ ਗਰੁੱਪ ਨਾਲ, ਅਸੀਂ ਉਹਨਾਂ ਦੇ ਨਾਲ ਆ। ਹਰ ਫੰਕਸ਼ਨ ਜਿੱਥੇ ਮੈਨੂੰ ਸੱਦਾ ਆਉਂਦਾ ਵਾ, ਜੇ ਅੱਛਾ ਫੰਕਸ਼ਨ ਨਹੀਂ ਵੀ ਸੱਦਾ ਆਉਂਦਾ ਫਿਰ ਵੀ ਅਸੀਂ ਜਾਂਦੇ ਆ ਵੀ ਯਾਰ ਸਾਡੀ ਗੱਲ ਹੋ ਰਹੀ ਆ। ਵੀ ਜਿੱਥੇ ਇਹ ਕਹਿ ਰਿਹਾ ਵੀ 100, ਸਾਡੇ ਮੰਤਰੀ ਸਾਹਿਬ ਨੇ ਕਿਹਾ ਵੀ 165 ਪਿੰਡਾਂ ਦੇ ਸਰਪੰਚਾਂ ਨੇ ਮੈਨੂੰ ਆ ਕੇ ਸਹਿਮਤੀ ਦਿੱਤੀ ਆ। ਮੰਤਰੀ ਸਾਹਿਬ ਦੋ ਤਾਂ ਡਾਟਾ, ਕਿਹੜੇ 165 ਪਿੰਡ? 101 ਪਿੰਡ ਦੇ ਦਿਓ, ਇੱਕ ਪਿੰਡ ਦੇ ਦਿਓ ਤੁਸੀਂ। ਜੇ ਇੱਕ ਪਿੰਡ ਫੋਰ ਐਗਜ਼ਾਮਪਲ ਲੈ ਕੇ ਵੀ ਤੁਸੀਂ ਆਓਗੇ ਨਾ, ਜੇ ਸਰਪੰਚ ਉਹ ਧੱਕੇ ਨਾਲ ਸਰਪੰਚ ਦੇ ਨਾ ਗਲ ਗੁੱਠਾ ਦੇ ਕੇ ਤੂੰ ਮਤਾ ਨਹੀਂ ਪਾਉਣਾ, ਤੂੰ ਆਹ ਨਹੀਂ ਕਰਨਾ ਨਾ, ਤੇ ਉਹ ਸਰਪੰਚ ਫਿਰ ਪਿੰਡ ਵੜ ਕੇ ਦਿਖਾ ਦੇਵੇ। ਜੇ ਮੇਰੇ ਵਰਗਾ ਲੋਕਾਂ ਤੋਂ ਉਲਟ ਕੰਮ ਕਰੂਗਾ ਫਿਰ ਪਿੰਡ ਵੜ ਕੇ ਵੀ ਦਿਖਾ ਦੇਵੇ, ਕਿਉਂਕਿ ਲੋਕ ਕਿਸੇ ਦੇ ਮੁਹਤਾਜ ਨਹੀਂ, ਲੋਕ ਕਿਸੇ ਦੇ ਗੁਲਾਮ ਨਹੀਂਗੇ, ਸਰਕਾਰ ਲੋਕਾਂ ਲਈ ਹੁੰਦੀ ਆ। ਇਸ ਕਰਕੇ ਜਿਹੜੇ ਵੀ ਇਹ ਵਿਰੋਧੀ ਇਹ ਕਹਿ ਰਹੇ ਆ ਵੀ ਸਿਸਟਮ ਕਰ ਰਿਹਾ, ਇਹ ਸਿਰਫ ਆਪਦਾ ਪਾਲਾ ਸਤਾ ਰਿਹਾ ਇਹਨਾਂ ਨੂੰ। ਵਿਰੋਧੀਆਂ ਨੇ ਹਰ ਨੇ ਆਪਦਾ ਡਿਊਟੀ ਕਰ ਰਿਹਾ, ਕਰਨੀ ਚਾਹੀਦੀ ਹੈ ਵਾ ਵੀ ਜਿਹੜਾ ਡਾਟਾ ਦੇ ਰਿਹਾ ਜਾਂ ਤਾਂ ਡਾਟਾ ਦੇਣ ਵੀ ਕਿਹੜਾ ਵਿਰੋਧੀ ਕਰਦਾ ਵਾ। ਅਕਾਲੀ ਦਲ ਧਰਨਾ ਲਾ ਰਿਹਾ, ਕਾਂਗਰਸ ਧਰਨਾ ਲਾ ਰਹੀ ਹੈ, ਬੀਜੇਪੀ ਇਹਦੇ ਵਿੱਚ ਰੂਲ ਮਾਰ ਰਹੀ ਹੈ, ਬਹੁਤ ਅੱਛੀ ਗੱਲ ਆ। ਪੋਲੀਟੀਕਲ ਪਾਰਟੀ ਦੇ ਕੰਮ ਨੇ, ਕਰਨੇ ਚਾਹੀਦੇ ਨੇ, ਅੱਛੇ ਚੰਗੀ ਚੁਣੇ। ਹਾਂ, ਪਰ ਜੇਕਰ ਕੋਈ ਪੋਲੀਟੀਕਲ ਪਾਰਟੀ ਜਾਂ ਪ੍ਰੈਸ਼ਰ ਗਰੁੱਪ ਆਪਣੇ ਮੁਫਾਦ ਲਈ ਕਰ ਰਿਹਾ, ਮੁੱਦਾ ਕੈਸ਼ ਕਰਨ ਕਰ ਲਿਆ, ਤਾਂ ਲੋਕ ਬਹੁਤ ਸਿਆਣੇ, ਲੋਕ ਉਹਦਾ ਜਵਾਬ ਦੇਣਗੇ। ਅੱਛਾ ਬਾਈ, ਟੈਕਨੀਕਲ ਗੱਲਾਂ ਸਟੇਜ ਤੋਂ ਵੀ ਬਹੁਤ ਹੋਈਆਂ ਨੇ, ਤੁਸੀਂ ਵੀ ਕੀਤੀਆਂ ਨੇ, ਪਰ ਜਦੋਂ ਮੁੱਖ ਮੰਤਰੀ ਜਾਂ ਉਹਨਾਂ ਦੇ ਮੰਤਰੀ ਮੰਡਲ ਦੇ ਕਿਸੇ ਵੀ ਵਿਅਕਤੀ ਦਾ ਬਿਆਨੀਆਂ ਸੁਣਦੇ ਆ ਤਾਂ ਉਹਦੇ 'ਚ ਟੈਕਨੀਕਲ ਗੱਲਾਂ ਘੱਟ ਹੁੰਦੀਆਂ ਨੇ। ਸਿਰਫ ਇਹ ਹੁੰਦਾ ਵੀ ਤੁਹਾਨੂੰ ਲੱਖਾਂ ਰੁਪਈਆ ਦੇਣਾ, ਤੁਹਾਨੂੰ ਕਰੋੜਪਤੀ ਬਣਾ ਦੇਣਾ। ਕਹਿਣ ਦਾ ਭਾਵ ਜੇ ਆਪਾਂ ਸਿੱਟਾ ਕੱਢਣਾ ਹੋਵੇ ਵੀ ਟੈਕਨੀਕਲ ਤੌਰ ਤੇ ਉਹ ਵੀ ਬਹੁਤ ਵਿਹੂਣੇ ਨੇ, ਉਹਨਾਂ ਨੇ ਵੀ ਪਾਲਿਸੀ ਨਹੀਂ ਪੜ੍ਹੀ ਵੀ ਇਹਦੇ ਵਿੱਚ ਕੀ ਹੈ, ਇਹ ਮੰਨ ਲਈਏ। ਪਰ ਜੇ ਆਪਾਂ ਇਸੇ ਦੇ ਨਾਲ ਇਸ ਆਧਾਰ ਤੇ ਆਈਏ ਵੀ ਇਹ ਜਿਹੜੀ ਸਾਰੀ ਪਾਲਿਸੀ ਹੈ ਹੁਣ ਇਹ ਵਾਪਸ ਕਰਾਉਣ ਦੀ ਤਾਂ ਜਦੋਜਹਿਦ ਚੱਲ ਹੀ ਰਹੀ ਹੈ। ਇਸ ਦੇ ਵਿੱਚ ਬਹੁਤ ਸਾਰੀਆਂ ਘੁਣਤਰਾਂ ਦੱਸੀਆਂ ਜਾ ਰਹੀਆਂ ਨੇ, ਜਿੱਦਾਂ ਹਮੀਰ ਸਿੰਘ ਨੇ ਵੀ ਦੱਸੀਆਂ, ਤੁਸੀਂ ਵੀ ਜ਼ਿਕਰ ਕੀਤਾ ਸਟੇਜ ਦੇ ਉੱਪਰੋਂ। ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਮਜ਼ਦੂਰ ਪਿੱਛੇ ਰਹਿ ਰਿਹਾ, ਮਜ਼ਦੂਰ ਦੀ ਗੱਲ ਘੱਟ ਹੋ ਰਹੀ ਹੈ। ਉਹਨਾਂ ਦੇ ਐਂਗਲ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਕਿਸਾਨ ਨੂੰ ਤਾਂ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਅਸੀਂ ਕਰੋੜਪਤੀ ਬਣਾ ਦੇਣਾ, ਪਰ ਜਿਸ ਮਜ਼ਦੂਰ ਦੀ ਉੱਥੇ ਰਹਿਣਾ ਹੈ, ਜਿਹਦੀ ਹੁਣ ਕੋਰਟ ਨੇ ਵੀ ਗੱਲ ਕੀਤੀ ਹੈ, ਉਹਦਾ ਕੀ ਫਿਰ ਹੱਲ ਹੈ? ਉਹ ਕਿੱਥੇ ਜਾਊਗਾ? ਉਹ ਜਿਵੇਂ ਕਹਿੰਦੇ ਨਾ ਵੀ ਪਿੰਡਾਂ ਸਾਡੇ ਕਹਾਵਤ ਆ ਵੀ ਧੀਏ ਕੰਨ ਕਰ ਸੁਣਾਉਣਾ ਨਾ ਉਹਨੂੰ ਹੁੰਦਾ ਵਾ। ਇਹ ਜਿਹੜੇ ਸਾਨੂੰ ਕਹਿੰਦਾ ਤੁਹਾਡਾ ਪ੍ਰੋਫਿਟ ਵੱਧ ਵਿਕਾਸ ਕਰਨਾ, ਇਹਨੇ ਕਰਨਾ ਤਾਂ ਆਪ ਦਾ ਵਾ, ਕਰਨਾ ਤਾਂ ਸਤਿੰਦਰ ਜੈਨ ਦਾ ਵਾ, ਕਰਨਾ ਤਾਂ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਕੇਜਰੀਵਾਲ ਦਾ ਵਾ। ਸਾਡਾ ਕੋਈ ਵਿਕਾਸ ਨਹੀਂ ਕਰਦਾ। ਜੇ ਸਾਡਾ ਵਾਕਈ ਤੁਸੀਂ ਵਿਕਾਸ ਕਰਨਾ ਚਾਹੁੰਦੇ ਹੋ, ਤੁਸੀਂ ਇਹ ਜਿਹੜੇ ਇੰਨੀ ਝੋਟੇ ਸਿਰ ਵਰਗੀ ਜ਼ਮੀਨ ਆ, 4-4 ਫਸਲਾਂ ਹੁੰਦੀਆਂ ਨੇ, ਲੈ ਕੇ ਆਓ ਖੇਤੀ ਨੀਤੀ, ਬਹੁਤ ਐਪਰੀਸ਼ੀਏਟ ਕਰਾਂਗੇ। ਸਭ ਤੋਂ ਪਹਿਲਾਂ ਹਾਰ ਮੈਂ ਪਾਊਂਗਾ, ਲੈ ਕੇ ਆਓ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਤੇ ਜਿਣਸਾਂ ਦੇ ਭਾਅ ਦਾ ਮੁੱਲ ਸਾਨੂੰ ਲੈ ਕੇ ਆਓ, 5 ਮਿੰਟ ਵਾਲੀ ਗਰੰਟੀ ਵਾਲੀ ਤੁਸੀਂ ਕਰ ਦੋ। ਹਾਰ ਮੈਂ ਪਾਊਂਗਾ, ਨੰਗੇ ਪੈਰੀ ਮੈਂ ਪਾਊਂਗਾ, ਹਨਾ। ਜਿਹੜਾ ਤੁਸੀਂ ਪਹਿਲਾਂ ਕੀਤਾ ਵੀ 600 ਯੂਨਿਟ ਸਭ ਨੂੰ ਦੇਵਾਂਗੇ, ਬਾਅਦ ਚੋਂ ਆ ਕੇ ਪਾਰਟੀਕੂਲਰ ਕਰਤਾ। ਜੇ ਚਲੋ ਜੇ ਫੋਰ ਐਗਜ਼ਾਮਪਲ ਜੇ ਕਰਨਾ ਸੀ ਤੁਸੀਂ ਕਰਦੇ ਵੀ 600 ਭਾਈ ਮਾਫ ਆ, ਉਦੋਂ ਉੱਪਰ ਜਿਹੜਾ ਆ ਗਿਆ ਤੁਹਾਨੂੰ ਬਿੱਲ ਦੇਵੋਗੇ, ਹਨਾ। ਇਹ ਨੀਚ ਖੋਟ ਹੋਰ ਆ, ਇਹ ਪ੍ਰੋਡਕਟ ਆ ਇਹਨਾਂ ਦੇ ਜਿਹੜੇ ਕਿ ਪਹਿਲਾਂ ਜਦੋਂ ਵੇਚਣਾ ਹੁੰਦਾ ਉਦੋਂ ਕਹਿਣਗੇ ਵੀ ਹਾਂਜੀ ਗਰੰਟੀ ਵਾਰੰਟੀ ਸਭ ਹੈ, ਜਦੋਂ ਵਿਕ ਗਿਆ
ਫਿਰ ਕਹਿਣਗੇ ਨਹੀਂ ਨਹੀਂ ਤਾਂ ਤੂੰ ਪਹਿਲਾਂ ਦੇਖਣਾ ਸੀਗਾ। ਸੋ ਇਹ ਉਹ ਨੀਤਾਂ ਵਾਲੇ ਬੰਦੇ ਨੇ ਉਹ, ਪਰ ਅਸੀਂ ਲੋਕ ਬਹੁਤ ਸਿਆਣੇ ਆ। ਮੈਨੂੰ ਵੀਰੇ ਮੈਨੂੰ ਜਿਵੇਂ ਫੋਰ ਐਗਜ਼ਾਮਪਲ ਹੁਣ ਸਾਰੇ ਪੰਜਾਬ 'ਚ ਮੈਨੂੰ ਬਹੁਤ ਮਾਣ ਸਤਿਕਾਰ ਪਿਆਰ ਮਿਲੇ ਹਨਾ, ਸਿਰਫ ਕਾਹਦੀ ਕਾਰਨ ਉਹ ਕਿਉਂਕਿ ਅਸੀਂ ਇੱਕ ਜਿਹੜਾ ਗ੍ਰਾਮ ਸਭਾ ਦੇ ਕਨਸੈਪਟ ਰਾਹੀਂ ਇਹ ਜਿਹੜੀ ਧਾੜ ਵੀ ਆਏ ਸੀਗੇ, ਅਸੀਂ ਜਿਹੜਾ ਇਹ ਲੁੱਟ ਕਰਨ ਆਏ ਸੀ, ਅਸੀਂ ਉਹ ਸੰਵਿਧਾਨਿਕ ਤਰੀਕੇ ਨਾਲ ਮਤਾ ਪਾ ਕੇ ਆਪਣੇ ਲੋਕਾਂ ਨੂੰ ਜਾਗਰੂਕ ਕੀਤਾ। ਸਾਨੂੰ ਲੋਕਾਂ ਨੇ ਉਸ ਚੀਜ਼ ਦੀ ਐਪਰੀਸ਼ੀਏਸ਼ਨ ਦਿੱਤਾ। ਮੈਂ ਕੋਈ ਫਿਲਮ ਸਟਾਰ ਜਾਂ ਕੋਈ ਮੈਂ ਪੋਲੀਟੀਕਲ ਬਹੁਤ ਵੱਡਾ ਨਹੀਂ ਹੈਗਾ, ਮੈਂ ਇੱਕ ਪਿੰਡ ਦਾ ਸਰਪੰਚ ਆ। ਮੈਂ ਆਪਦੇ ਦਾਇਰਾ ਮੈਂ ਆਪਦੀ ਜ਼ਿੰਮੇਵਾਰੀ ਨਿਭਾਈ, ਉਹਦੇ ਨਾਲ ਮੇਰੀ ਨਿੱਜੀ ਜ਼ਮੀਨ ਵੀ ਸਾਡੇ ਕੋਲ ਹੈਗੀ ਹੈ। ਜਿਵੇਂ ਗੱਲ ਕੀਤੀ ਹੈ ਨਾ, ਆਸਟ੍ਰੇਲੀਆ ਦੇ ਵਿੱਚ ਤਾਂ ਪਰ ਯੂਨਿਟ 2300 ਏਕੜ ਬੰਦੇ ਕੋਲ ਟੱਕ ਨੇ, ਅਮਰੀਕਾ 'ਚ ਕਹਿੰਦੇ 400 ਏਕੜ ਦੇ ਬੰਦੇ ਕੋਲ ਉਹ ਟੱਕ ਨੇ। ਸਾਡੇ ਇੰਡੀਆ ਦੇ ਵਿੱਚ 250 ਰਹਿ ਗਿਆ, ਪੰਜਾਬ 'ਚ 2.5 ਕਿੱਲੇ, ਪੰਜਾਬ ਚ 2.5 ਤੋਂ 5 ਕਿੱਲੇ ਯੂਨਿਟ ਰਹਿ ਗਈ। ਤੇ ਸਾਡੇ ਕੋਲ ਐਵਰੇਜ ਸਾਡੇ ਕੋਲ ਤਾਂ ਵੀਰੇ 2.5 ਤੋਂ 5 ਕਿੱਲੇ ਜ਼ਮੀਨ ਰਹਿ ਗਈ। ਉਹ ਵੀ ਤੁਸੀਂ ਲੁੱਟ ਕੇ ਲੈ ਜਾਓ, ਕਿੱਥੇ ਜਾਓਗੇ? ਉੱਪਰ ਦੀ ਹਰ ਜਿਹੜਾ ਪਿੰਡ ਵਾਲਾ ਬੰਦਾ ਵਾ ਉਹਦੇ ਔਖੇ ਸੌਖੇ ਜ਼ਮੀਨ ਜ਼ਿਆਦਾ ਕੰਮ ਆਉਂਦੀ ਹੈ। ਉਦੋਂ ਉੱਪਰ ਦੀ ਗੱਲ, ਇਸ ਚੀਜ਼ ਦੇ ਨਾਲ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ। ਉਹ ਸ਼ਹਿਰੀਕਰਨ ਦੇ ਨਾਲ ਮਨਰੇਗਾ ਖਤਮ, ਉਹ ਸ਼ਹਿਰੀਕਰਨ ਨਾਲ ਪੇਂਡੂ ਭਲਾਈ ਸਕੀਮਾਂ ਖਤਮ, ਉਹ ਸ਼ਹਿਰੀਕਰਨ ਦੇ ਨਾਲ ਜਿਹੜਾ ਪਿੰਡ ਦੀਆਂ ਕੋਆਪਰੇਟਿਵ ਸੁਸਾਇਟੀਆਂ ਜਦੋਂ ਸ਼ਹਿਰ ਬਣ ਗਏ, ਇਹ ਕਹਿਣਗੇ ਨਹੀਂ ਨਹੀਂ ਜੀ ਕੁਛ ਨਹੀਂ ਖਤਮ ਹੁੰਦਾ, ਨਹੀਂ ਜੀ ਲੋਨ ਮਿਲੂਗਾ। ਤੁਸੀਂ ਤਾਂ ਮਿਲੂਗਾ, ਤੁਸੀਂ ਤਾਂ 20,000 ਕਰੋੜ ਰੇਤੇ 'ਚ ਲੈ ਕੇ ਆ ਰਹੇ ਸੀਗੇ। ਤੁਹਾਡੇ ਇੱਕ ਹਾਈਪੋਥੈਟੀਕਲ ਗੱਲਾਂ ਨੇ, ਤੁਹਾਡੇ ਇੱਕ ਸੁਪਨੇ ਨੇ, ਤੁਹਾਡੇ ਮੰਗੂਰੀ ਲਾਲ ਦੇ ਸੁਪਨੇ। ਕਹਾਵਤ ਸੀ ਪੰਜਾਬ ਦੇ ਵਿੱਚ 2027 ਤੋਂ ਬਾਅਦ ਕੇਜਰੀਵਾਲ ਦੇ ਸੁਪਨੇ, ਕੇਜਰੀਵਾਲ ਦੇ ਲਾਰੇ, ਉਹ ਕਹਿੰਦੇ ਮੰਗੂਰੀ ਲਾ ਕੇ ਸੁਪਨੇ। ਪੰਜਾਬ ਦੇ ਵਿੱਚ ਕਹਾਵਤ ਲੋਕ ਕੇਜਰੀਵਾਲ ਦੇ ਸੁਪਨੇ, ਕਿਉਂਕਿ ਉਹ ਝੂਠੇ ਸੀਗੇ। ਕੇਜਰੀਵਾਲ ਕਹਿੰਦੇ ਚੈੱਕ ਕਰਾਂਗੇ ਤੇਰੀ ਚਾਲ ਚੈੱਕ ਹੋਣ ਵਾਲੀ ਆ, ਹੁਣ ਨਾਲ ਕੋਈ ਨਹੀਂ। ਮੈਂ ਕਿਹਾ ਮਹਾਰਾਜ ਆ ਜਾਣ। ਪਰਸੋਂ ਦੇਖੇ ਨਹੀਂ ਸੁਨਾਮ ਜਦੋਂ ਆਏ ਸੀਗੇ ਸਾਡੇ ਮਾਨ ਸਾਹਿਬ, ਮੁੱਖ ਮੰਤਰੀ ਸਾਡਾ, ਮੈਂ ਜਿਹੜੀ ਮਰਜ਼ੀ ਪਾਰਟੀ ਬਿਲੋਂਗ ਕਰਾਂ, ਮੇਰਾ ਮੁੱਖ ਮੰਤਰੀ ਆ, ਮੇਰੇ ਉਹਦੀ ਰਿਸਪੈਕਟ ਹੈ, ਪਰ ਮੇਰੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਵੀ ਤੁਸੀਂ ਵੀ ਟੌਰ ਨਾ ਰਹੋ। ਤੁਸੀਂ ਮੁੱਖ ਮੰਤਰੀ ਤੁਹਾਨੂੰ ਲਾ ਨਹੀਂ ਸਕਦੇ। ਜੇ ਪੰਜਾਬ ਦੇ MLA ਉਹਨਾਂ ਦੇ ਦਿੱਲੀ ਫਰਮਾਨ ਤੋਂ, ਜਿਵੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੂੰ ਲਾਤਾ ਸੀਗਾ, ਜੇ ਮਾਨ ਸਾਹਿਬ ਤੁਹਾਨੂੰ ਲਾਉਣ ਦੀ ਕਰਨਗੇ, ਅਸੀਂ ਬਾਕੀ ਪਾਰਟੀ ਨਾਲ ਤੁਹਾਡਾ ਹੱਥ ਨਾਲ ਮਾਰਾਂਗੇ। ਤੇ ਉਸ MLA ਜਿਹੜੇ ਉਸ ਲਾਉਣ ਦੇ ਵਿੱਚ ਹੋਣਗੇ, ਉਸ ਪਿੰਡਾਂ ਦੇ ਉਸ ਏਰੀਏ ਦੇ ਲੋਕ ਛਿੱਤਰ ਮਾਰਨਗੇ ਵੀ ਤੁਸੀਂ ਕਿਹੜੇ ਹਿਸਾਬ ਨਾਲ ਦਿੱਲੀ ਜਾਣਾ, ਤੁਸੀਂ ਪੰਜਾਬ ਦਾ ਮੁੱਖ ਮੰਤਰੀ ਲਾਤਾ। ਵੋਟਾਂ ਭਗਵੰਤ ਮਾਨ ਨੂੰ ਪਈਆਂ ਨੇ, ਕੇਜਰੀਵਾਲ ਨੂੰ ਨਹੀਂ ਪਈਆਂ। ਕੰਧਾਂ ਤੇ ਨਾਅਰੇ ਲਿਖਾਉਣ ਨਾਲ ਮਸ਼ਹੂਰੀ ਨਹੀਂ ਹੋ ਸਕਦੀ। ਲੋਕਾਂ ਨੂੰ ਇੱਕ ਯਕੀਨ ਵਿਸ਼ਵਾਸ ਆਇਆ ਸੀ, ਪਰ ਮਾਨ ਸਾਹਿਬ ਨੇ ਵਿਸ਼ਵਾਸ ਤੋੜਤਾ। ਮਾਨ ਸਾਹਿਬ ਕਹਿੰਦੇ ਨਾ ਇੱਕ ਲੰਬੀ ਹੋ ਜਾਣੀ ਆ ਉਹ ਕਹਾਵਤ ਆ ਵੀ ਡਾਕੂ ਆਏ, ਉਹ ਕਹਿੰਦੇ ਸਭ ਕੁਝ ਲੁੱਟ ਕੇ ਲੈ ਗਏ, ਜਾਂਦੇ ਹੋਏ ਸ਼ਗਨ ਦੇ ਗਏ ਹਨਾ। ਉਹ ਕਹਿੰਦੇ ਰਿਪੋਰਟ ਨਹੀਂ ਕਰਾਉਣੀ ਯਾਰ, ਵੀ ਕਿਉਂਕਿ ਚਲੋ ਸ਼ਗਨ ਤਾਂ ਦੇ ਗਿਆ ਨਾ, ਲੁੱਟ ਕੇ ਸਭ ਲੈ ਗਏ, ਰਿਪੋਰਟ ਨਹੀਂ ਕਰਾਉਣੀ। ਮਾਨ ਸਾਹਿਬ ਕਹਿੰਦੇ ਚੰਨੀ ਸਾਹਿਬ 4 ਸਾਲ ਸਭ ਲੁੱਟ ਗਏ, 5 ਸਾਲ ਵੀ ਹੁਣ ਪੌਣੇ ਜਿਹੜੇ 3 ਮਹੀਨੇ ਤੁਸੀਂ ਉਹ ਕਰਨੇ ਹੋ, ਉਵੇਂ ਮਾਨ ਸਾਹਿਬ ਤੁਸੀਂ ਕਰ ਰਹੇ ਹੋ। ਤੁਹਾਡਾ ਦਿੱਲੀ ਵਾਲਾ ਜਿਹੜਾ ਟੋਲਾ ਵਾ, ਉਹ ਪਹਿਲੇ ਦਿਨ ਤੋਂ ਪਹਿਲਾਂ ਰਾਘਵ ਚੱਡਾ ਗਿਆ, ਉਹ ਕਹਿੰਦਾ ਮੈਨੂੰ ਚੇਅਰਮੈਨ ਬਣਾ ਦਿਓ। ਫਿਰ ਕਹਿੰਦੇ ਸਾਡਾ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਫਿਰ ਕਹਿੰਦੇ ਅਸੀਂ ਸੰਦੀਪ ਪਾਠਕ ਆ ਗਿਆ, ਹੁਣ ਸਤਿੰਦਰ ਜੈਨ ਆਇਆ ਹੋਇਆ ਵਾ ਹਨਾ, ਵੀ ਲੁੱਟਣ ਤੁਸੀਂ ਵੀ ਆਏ ਹੋ। ਤੁਹਾਡੀ ਆ ਵੀ ਤੁਹਾਡੇ ਅੱਕ ਬੀਜੇ ਹੋਏ ਨੇ, ਤੁਹਾਡੀਆਂ ਰਿੰਡਾਂ ਹੀ ਉੱਗਣਗੀਆਂ ਉੱਥੇ, ਤੁਹਾਡੇ ਅੱਕ ਰਿੰਡਾਂ ਹੀ ਉੱਗਣੀਆਂ ਨੇ। ਜੇ ਤੁਸੀਂ ਬਾਕੀ ਦੁਆਵਾਂ ਬੀਜੀਆਂ ਹੁੰਦੀਆਂ, ਤੁਸੀਂ ਲੋਕਾਂ ਦੀ ਸੁੱਖ ਸੇਵਾ ਕੀਤੀ ਹੁੰਦੀ, ਫਿਰ ਤੁਹਾਨੂੰ ਦੁਆਵਾਂ ਉੱਗਣੀਆਂ ਸੀਗੀਆਂ। ਸੋ ਇਸ ਕਰਕੇ ਇਹ ਜੋ ਬੀਜਿਆ ਉਹ ਵੱਢਣਾ ਪੈਂਦਾ। ਜੋ ਪਿੰਡੇ ਸੋਈ ਬ੍ਰਹਿਮੰਡੇ, ਇਹ ਸਾਡਾ ਜਿਹੜਾ ਅਸੀਂ ਪਿੰਡਾਂ ਤੇ ਚੀਜ਼ਾਂ ਹਟਾ ਰਹੀਆਂ ਨਾ, ਇਹ ਸਾਰੀ ਦੁਨੀਆ ਦੀਆਂ ਦਿੱਕਤਾਂ ਨੇ। ਸੋ ਇਸ ਕਰਕੇ ਬਸ ਇਹੀ ਆ ਵੀ ਸਾਰਿਆਂ ਨੂੰ, ਮੇਰੇ ਵਰਗੇ ਤੇ ਇੱਕ ਹੁੱਕਾ ਦਿੱਤਾ। ਮੈਂ ਇਸ ਕਾਲੇ ਕੈਮਰੇ ਦੇ ਅੱਗੇ ਤੁਹਾਡੇ ਇਹ ਚੌਥਾ ਪਿਲਰ, ਤੁਹਾਡੇ ਵਰਗੇ ਸੱਜਣਾ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਸਾਡੀ ਇਨਫੋਰਮੇਸ਼ਨ ਨੂੰ ਆਪਣੇ, ਜਿਹੜੇ ਤੁਹਾਡੇ ਵਰਗੇ ਸਾਰੇ ਪੱਤਰਕਾਰ ਜਿਹੜੇ ਲੋਕ ਪੱਖੀ ਪੱਤਰਕਾਰ ਨੇ, ਉਹਨਾਂ ਨੇ ਇਨਫੋਰਮੇਸ਼ਨ ਲੈ ਕੇ ਗਏ। ਐਡੇ ਪੰਜਾਬ ਫਿਕਰਮੰਦ ਬੰਦੇ ਵਿਦੇਸ਼ ਬੈਠੇ ਆਪਦੇ। ਹਾਂ, ਗ੍ਰਾਮ ਸਭਾ, ਕਿਉਂਕਿ ਲੋਕਾਂ ਨੂੰ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਦੇ ਵਿੱਚ ਡਿਫਰੈਂਸ ਨਹੀਂ ਪਤਾ। ਹਾਲਾਂਕਿ ਡਿਫਰੈਂਸ ਜ਼ਮੀਨ ਅਸਮਾਨ ਦਾ ਵਾ, ਪਰ ਜੁੜੇ ਹੋਏ ਜ਼ਮੀਨ ਅਸਮਾਨ ਆਪਸ ਵਿੱਚ ਆ, ਡਿਫਰੈਂਸ ਬਹੁਤ ਵੱਡਾ। ਸਾਨੂੰ ਸਾਡੇ ਵਰਗੇ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ, ਆਪਦੇ ਤੌਰ ਤੇ ਜਿੰਨੀ ਹੈਗੀ ਡਿਊਟੀ ਨਿਭਾਵਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ।